ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦਾ ਅਰਥ ਸ਼ਾਸਤਰ ਦਾ ਪਾਠ ਪਹਿਲਾ ਇੱਕ ਪਿੰਡ ਦੀ ਕਹਾਣੀ ਇਸ ਦੇ ਬਾਰੇ ਪੜ੍ਹਾਂਗੇ। ਇਸ ਪਾਠ ਦੇ ਵਿੱਚ ਅਸੀਂ ਇੱਕ ਪਿੰਡ ਦੀ ਕਾਲਪਨਿਕ ਕਹਾਣੀ ਲੈ ਕੇ ਇਕਨੋਮਿਕਸ ਦੀਆਂ ਬੇਸਿਕ ਕੰਸੈਪਟਸ, ਇਕਨੋਮਿਕਸ ਦੀਆਂ ਮੁੱਢਲੀਆਂ ਧਾਰਨਾਵਾਂ ਦੇ ਬਾਰੇ ਪੜ੍ਹਾਂਗੇ। ਤਾਂ ਅਸੀਂ ਜਾਣਦੇ ਹਾਂ ਕਿ ਅਰਥ ਸ਼ਾਸਤਰ ਅਤੇ ਇਸ ਦੀਆਂ ਮੁੱਢਲੀਆਂ ਧਾਰਨਾਵਾਂ, ਜਿਨ੍ਹਾਂ ਦਾ ਅਰਥ ਸ਼ਾਸਤਰ ਵਿੱਚ ਵਿਸ਼ੇਸ਼ ਅਰਥ ਹੁੰਦਾ ਹੈ, ਉਸ ਦੇ ਬਾਰੇ ਜਿਹੜਾ ਜਾਣਨਾ ਹੈ ਇਸ ਪਾਠ ਦਾ ਮੰਤਵ ਹੈ। ਤਾਂ ਭਾਰਤ ਦੇ ਇੱਕ ਪਿੰਡ ਦੀ ਕਾਲਪਨਿਕ ਕਹਾਣੀ ਰਾਹੀਂ ਅਸੀਂ ਉਤਪਾਦਨ ਦੇ ਵੱਖ-ਵੱਖ ਕਾਰਕਾਂ ਦੀ ਸਹਾਇਤਾ ਨਾਲ ਪਿੰਡਾਂ ਵਿੱਚ ਕੀਤੀਆਂ ਜਾਂਦੀਆਂ ਉਤਪਾਦਨ ਗਤੀਵਿਧੀਆਂ ਬਾਰੇ ਵੀ ਇਸ ਪਾਠ ਦੇ ਵਿੱਚ ਅਸੀਂ ਪੜ੍ਹਾਂਗੇ। ਤਾਂ ਸਾਡਾ ਅੱਜ ਦਾ ਜਿਹੜਾ ਮੇਨ ਮਕਸਦ ਹੈ ਉਹ ਇਸ ਪਾਠ ਰਾਹੀਂ ਇੱਕ ਪਿੰਡ ਦੀ ਕਾਲਪਨਿਕ ਕਹਾਣੀ ਰਾਹੀਂ ਇਕਨੋਮਿਕਸ ਦੇ ਬੇਸਿਕ ਕੰਸੈਪਟਸ ਨੂੰ ਸਮਝਣ ਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਜੀਵਨ ਵਿੱਚ ਸਾਨੂੰ ਕਿੰਨੀਆਂ ਵਸਤੂਆਂ ਦੀ ਲੋੜ ਪੈਂਦੀ ਹੈ। ਉਦਾਹਰਣ ਵਜੋਂ ਸਾਨੂੰ ਆਪਣੀ ਭੁੱਖ ਨੂੰ ਸੰਤੁਸ਼ਟ ਕਰਨ ਲਈ ਭੋਜਨ ਅਤੇ ਆਪਣੇ ਸਰੀਰ ਨੂੰ ਢੱਕਣ ਲਈ ਕੱਪੜੇ, ਰਹਿਣ ਵਾਸਤੇ ਘਰ, ਆਵਾਜਾਈ ਲਈ ਵਾਹਨ, ਮਨੋਰੰਜਨ ਲਈ ਟੈਲੀਵਿਜ਼ਨ, ਰੇਡੀਓ ਆਦਿ ਦੀ ਲੋੜ ਹੁੰਦੀ ਹੈ। ਤਾਂ ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਉਹਨਾਂ ਨੂੰ ਸਾਧਨ ਕਿਹਾ ਜਾਂਦਾ ਹੈ। ਤਾਂ ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ, ਉਹਨਾਂ ਨੂੰ ਸਾਧਨ ਕਿਹਾ ਜਾਂਦਾ ਹੈ। ਤਾਂ ਇਸ ਪਾਠ ਦੇ ਵਿੱਚ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਸਾਨੂੰ ਜਿੰਨੀਆਂ ਵੀ ਵਸਤੂਆਂ ਦੀ ਲੋੜ ਪੈਂਦੀ ਹੈ, ਉਦਾਹਰਨ ਜਿਹਦੀ ਲਈਏ ਤਾਂ ਆਪਾਂ ਨੂੰ ਆਪਣੀ ਭੁੱਖ ਨੂੰ ਸੰਤੁਸ਼ਟ ਕਰਨ ਲਈ ਭੋਜਨ ਦੀ, ਸਰੀਰ ਨੂੰ ਢੱਕਣ ਲਈ ਕੱਪੜਿਆਂ ਦੀ, ਰਹਿਣ ਵਾਸਤੇ ਘਰ ਦੀ ਜ਼ਰੂਰਤ ਪੈਂਦੀ ਹੈ, ਆਵਾਜਾਈ ਲਈ ਵਾਹਨਾਂ ਦੀ ਲੋੜ ਪੈਂਦੀ ਹੈ, ਮਨੋਰੰਜਨ ਲਈ ਟੈਲੀਵਿਜ਼ਨ ਦੀ ਲੋੜ ਪੈਂਦੀ ਹੈ, ਰੇਡੀਓ ਦੀ ਲੋੜ ਪੈਂਦੀ ਹੈ। ਤਾਂ ਇਹ ਜਿੰਨੀਆਂ ਵੀ ਚੀਜ਼ਾਂ ਨੇ, ਜਿੰਨੀਆਂ ਵੀ ਇਹ ਵਸਤੂਆਂ ਹਨ, ਤਾਂ ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ, ਉਹਨਾਂ ਨੂੰ ਸਾਧਨ ਕਿਹਾ ਜਾਂਦਾ। ਉਹਨਾਂ ਨੂੰ ਅੰਗਰੇਜ਼ੀ 'ਚ ਮੀਨਸ ਕਹਿੰਦੇ ਆ। ਸਾਡੀ ਇੱਕ ਲੋੜ ਨੂੰ ਪੂਰੀ ਹੋਣ 'ਤੇ ਦੂਜੀ ਨਵੀਂ ਲੋੜ ਪੈਦਾ ਹੋ ਜਾਂਦੀ ਹੈ। ਤਾਂ ਸਾਡੀਆਂ ਲੋੜਾਂ ਜਿਹੜੀਆਂ ਹੈਗੀਆਂ ਉਹ ਸੀਮਤ ਹਨ, ਪਰ ਸਾਡੀਆਂ ਲੋੜਾਂ ਨੂੰ ਪੂਰੇ ਕਰਨ ਵਾਲੇ ਸਾਧਨ ਸੀਮਤ ਹਨ। ਸਾਡੀਆਂ ਲੋੜਾਂ ਅਸੀਮਤ ਹਨ ਔਰ ਇਹਨਾਂ ਲੋੜਾਂ ਨੂੰ ਪੂਰਾ ਕਰਨ ਵਾਲੇ, ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਸਾਧਨ ਜਿਹੜੇ ਹੈਗੇ ਉਹ ਸੀਮਤ ਹਨ। ਤਾਂ ਮਨੁੱਖ ਨੂੰ ਇਹ ਨਿਰਧਾਰਿਤ ਕਰਨਾ ਪੈਂਦਾ ਕਿ ਉਹ ਉਪਲਬਧ ਸਾਧਨਾਂ ਨਾਲ ਆਪਣੀ ਵੱਧ ਤੋਂ ਵੱਧ ਲੋੜ ਨੂੰ ਕਿਵੇਂ ਪੂਰਾ ਕਰ ਸਕੇ। ਉਦਾਹਰਣ ਵਜੋਂ, ਜੇ ਘਰ ਵਿੱਚ ਦੁੱਧ ਦੀ ਮਾਤਰਾ ਸੀਮਤ ਹੁੰਦੀ ਹੈ, ਪਰ ਸਾਨੂੰ ਦੁੱਧ ਨਾਲ ਬਣੀਆਂ ਹੋਰ ਚੀਜ਼ਾਂ ਜਿਵੇਂ ਦਹੀਂ, ਲੱਸੀ, ਪਨੀਰ, ਮੱਖਣ ਵਗੈਰਾ ਦੀ ਅਸੀਂ ਵਰਤੋਂ ਕਰਦੇ ਹਾਂ, ਦੁੱਧ ਤੋਂ ਅਸੀਂ ਬਣਾਉਂਦੇ ਹਾਂ ਇਹ ਵਸਤੂਆਂ, ਤਾਂ ਅਸੀਂ ਆਪਣੇ ਸੀਮਤ ਸਾਧਨ ਜਿਹੜਾ ਹੈਗਾ ਦੁੱਧ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ। ਪੂਰਾ ਦਿਨ ਅਸੀਂ ਆਪਣੀਆਂ ਇਹਨਾਂ ਲੋੜਾਂ ਦੀ ਸੰਤੁਸ਼ਟੀ ਲਈ ਯਤਨ ਕਰਦੇ ਰਹਿੰਦੇ ਹਾਂ। ਤਾਂ ਅਰਥ ਸ਼ਾਸਤਰ ਮਨੁੱਖੀ ਵਰਤਾਰੇ ਦਾ ਉਹ ਗਿਆਨ ਹੈ। ਅਰਥ ਸ਼ਾਸਤਰ ਮਨੁੱਖੀ ਵਰਤਾਰੇ ਦਾ ਉਹ ਗਿਆਨ ਹੈ, ਉਹ ਵਿਗਿਆਨ ਹੈ, ਜਿਸ ਦਾ ਸੰਬੰਧ ਦੁਰਲੱਭ ਸਾਧਨਾਂ ਦਾ ਪ੍ਰਯੋਗ ਅਜਿਹੇ ਢੰਗ ਨਾਲ ਕਰਨ ਤੋਂ ਹੈ ਜਿਸ ਨਾਲ ਉਪਭੋਗਤਾ ਅਧਿਕਤਮ ਸੰਤੁਸ਼ਟੀ ਪ੍ਰਾਪਤ ਕਰ ਸਕੇ। ਤਾਂ ਇਹ ਅਰਥ ਸ਼ਾਸਤਰ ਜਿਹੜਾ ਵਿਗਿਆਨ ਹੈ, ਇਸ ਦੇ ਵਿੱਚ ਜਿਹੜੇ ਦੁਰਲੱਭ ਸਾਧਨ ਸਾਡੇ ਕੋਲ ਅਵੇਲੇਬਲ ਸੋਰਸਿਸ ਜਿਹੜੇ ਸਾਡੇ ਕੋਲ ਹੈਗੇ, ਬਹੁਤ ਮਹੱਤਵਪੂਰਨ ਸਾਧਨ, ਤਾਂ ਉਹਨਾਂ ਦਾ ਪ੍ਰਯੋਗ ਅਜਿਹੇ ਢੰਗ ਨਾਲ ਅਸੀਂ ਕਰਨਾ ਹੈ ਜਿਸ ਨਾਲ ਉਪਭੋਗਤਾ ਜਿਹੜਾ ਹੈਗਾ ਉਸ ਨੂੰ ਅਧਿਕਤਮ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ, ਸੰਤੁਸ਼ਟੀ ਪ੍ਰਾਪਤ ਉਹ ਕਰ ਸਕੇ। ਤਾਂ ਉਤਪਾਦਕ ਦੇ ਅਧਿਕਤਮ ਲਾਭ ਪ੍ਰਾਪਤ ਕਰ ਸਕੇ, ਉਤਪਾਦਕ ਜਿਹੜਾ ਹੈਗਾ ਉਹ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕੇ ਅਤੇ ਸਮਾਜ ਆਪਣੀ ਭਲਾਈ ਜਿਹੜੀ ਹੈਗੀ ਉਹ ਵੱਧ ਤੋਂ ਵੱਧ ਕਰ ਸਕੇ। ਤਾਂ ਅਰਥ ਸ਼ਾਸਤਰ ਮਨੁੱਖੀ ਵਰਤਾਰੇ ਦਾ ਉਹ ਵਿਗਿਆਨ ਹੈ ਜਿਸ ਦਾ ਪ੍ਰਬੰਧ ਦੁਰਲੱਭ ਸਾਧਨਾਂ ਦਾ ਪ੍ਰਯੋਗ ਅਜਿਹੇ ਢੰਗ ਨਾਲ ਕਰਨ ਤੋਂ ਹੈ ਜਿਸ ਨਾਲ ਉਪਭੋਗਤਾ ਅਧਿਕਤਮ ਸੰਤੁਸ਼ਟੀ ਪ੍ਰਾਪਤ ਕਰ ਸਕੇ ਅਤੇ ਸਮਾਜ ਆਪਣੀ ਭਲਾਈ ਵੱਧ ਤੋਂ ਵੱਧ ਅਧਿਕਤਮ ਕਰ ਸਕੇ। ਤਾਂ ਇਕਨੋਮਿਕਸ ਦੀ ਜਿਹੜੀ ਡੈਫੀਨੇਸ਼ਨ ਹੈ
ਵਟ ਇਜ਼ ਇਕਨੋਮਿਕਸ, ਤਾਂ ਇਹ ਕੀ ਹੋ ਗਿਆ, ਤਾਂ ਇਕਨੋਮਿਕਸ ਇਜ਼ ਡਿਫਾਈਨਡ ਐਜ਼ ਦ ਸਟੱਡੀ ਆਫ ਦ ਯੂਜ਼ ਆਫ scarce sources to satisfy unlimited human wants। ਤਾਂ ਸਾਡੇ ਕੋਲ ਜਿੰਨੇ ਵੀ ਸੀਮਤ ਜਿਹੜੇ ਸਾਧਨ, ਸੀਮਤ ਸਾਧਨਾਂ ਦੇ ਨਾਲ ਅਸੀਂ ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਜਿਹੜਾ ਪੂਰਾ ਕਰਦੇ ਹਾਂ, ਤਾਂ ਇਕਨੋਮਿਕਸ ਹੈ। ਤਾਂ ਸਾਡੀ ਇੱਕ ਲੋੜ ਪੂਰੀ ਹੋਣ 'ਤੇ ਦੂਜੀ ਨਵੀਂ ਲੋੜ ਸਾਨੂੰ ਪੈਦਾ ਹੋ ਜਾਂਦੀ ਹੈ। ਤਾਂ ਸਾਡੀਆਂ ਇਹ ਜ਼ਰੂਰਤਾਂ ਅਸੀਮਤ ਹਨ, ਪਰ ਸਾਡੀਆਂ ਅਸੀਮਤ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਸਾਧਨ ਜਿਹੜੇ ਹੈਗੇ ਉਹ ਸੀਮਤ ਹਨ, ਲਿਮਟਿਡ ਸਾਧਨ ਹਨ। ਤਾਂ ਮਨੁੱਖ ਨੂੰ ਇਹ ਨਿਰਧਾਰਤ ਕਰਨਾ ਪੈਂਦਾ ਕਿ ਉਹ ਉਪਲਬਧ ਸਾਧਨਾਂ ਨਾਲ ਆਪਣੀਆਂ ਵੱਧ ਤੋਂ ਵੱਧ ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰਦਾ ਹੈ। ਉਦਾਹਰਨ ਅਸੀਂ ਲਈਏ ਕਿ ਜਿਵੇਂ ਘਰ ਵਿੱਚ ਦੁੱਧ ਦੀ ਮਾਤਰਾ ਸੀਮਤ ਹੁੰਦੀ ਹੈ, ਪਰ ਸਾਨੂੰ ਦੁੱਧ ਨਾਲ ਬਣੀਆਂ ਹੋਰ ਚੀਜ਼ਾਂ ਜਿਵੇਂ ਦਹੀਂ, ਲੱਸੀ, ਮੱਖਣ, ਪਨੀਰ, ਮਠਿਆਈ ਆਦਿ ਦੀ ਵੀ ਜ਼ਰੂਰਤ ਪੈਂਦੀ ਹੈ। ਤਾਂ ਅਸੀਂ ਆਪਣੇ ਸੀਮਤ ਸਾਧਨ ਦੁੱਧ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ। ਪੂਰਾ ਦਿਨ ਅਸੀਂ ਆਪਣੀਆਂ ਇਹਨਾਂ ਜ਼ਰੂਰਤਾਂ ਦੀ ਸੰਤੁਸ਼ਟੀ ਲਈ ਯਤਨ ਕਰਦੇ ਰਹਿੰਦੇ ਹਾਂ। ਤਾਂ ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ ਹੈ। ਤਾਂ ਇਹ ਪਾਠ ਜਿਹੜਾ ਹੈਗਾ ਇਹ ਜਾਰੀ ਰੱਖਾਂਗੇ। ਤਾਂ ਇਸ ਦੇ ਵਿੱਚ ਜਿਹੜੇ ਬੇਸਿਕ ਕਨਸੈਪਟਸ ਹੈਗੇ, ਅਰਥ ਸ਼ਾਸਤਰ ਦੀਆਂ ਮੁੱਢਲੀਆਂ ਧਾਰਨਾਵਾਂ, ਉਹਨਾਂ ਦੇ ਬਾਰੇ ਅਸੀਂ ਇਸ ਪਾਠ ਦੇ ਵਿੱਚ ਪੜ੍ਹਾਂਗੇ। ਤਾਂ ਅਸੀਂ ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਪੂਰੀਆਂ ਕਰਦੀਆਂ ਹਨ ਉਹਨਾਂ ਨੂੰ ਸਾਧਨ ਕਹਿੰਦੇ ਨੇ। ਸਾਡੀਆਂ ਜ਼ਰੂਰਤਾਂ ਨੂੰ, ਸਾਡੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਸਾਧਨ ਸੀਮਤ ਹਨ। ਤਾਂ ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ ਹੈ। ਤਾਂ ਅਸੀਂ ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਜ਼ਰੂਰਤਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਜਿਹੜਾ ਬਿਹੇਵੀਅਰ ਹੈ ਉਸ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ ਹੈ। ਤਾਂ ਸਾਡੇ ਕੋਲ ਸਾਧਨ ਜਿਹੜੇ ਹੈਗੇ ਉਹ ਦੇਖ ਸਕਦੇ ਹਾਂ ਕਿ ਸਾਧਨ ਸਾਡੇ ਕੋਲ ਸੀਮਤ ਹਨ, ਪਰ ਇਹ ਜਿਹੜੇ ਸਾਡੀਆਂ ਜ਼ਰੂਰਤਾਂ ਹਨ ਉਹ ਅਸੀਮਤ ਹਨ। ਤਾਂ ਅਸੀਂ ਸੀਮਤ ਸਾਧਨਾਂ ਦੇ ਨਾਲ ਜਿਹੜੀਆਂ ਅਸੀਮਤ ਜ਼ਰੂਰਤਾਂ ਨੂੰ, ਅਸੀਮਤ ਲੋੜਾਂ ਨੂੰ ਪੂਰਾ ਕਰਦੇ ਹਾਂ। ਤਾਂ ਇਸ ਦਾ ਜਿਹੜਾ ਇਹ ਵਿਵਹਾਰ ਹੈ, ਇਸ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਜਾਂ ਇਕਨੋਮਿਕਸ ਕਿਹਾ ਜਾਂਦਾ ਹੈ। ਸਾਡੇ ਕੋਲ ਅਰਥ ਸ਼ਾਸਤਰ ਦੀਆਂ ਅੱਗੇ ਮੁੱਢਲੀਆਂ ਧਾਰਨਾਵਾਂ ਦੀ ਅਸੀਂ ਗੱਲ ਕਰਾਂਗੇ, ਬੇਸਿਕ ਕਨਸੈਪਟਸ ਆਫ ਇਕਨੋਮਿਕਸ। ਇਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਕਨਸੈਪਟ ਆਉਂਦਾ ਹੈ ਵਸਤਾਂ। ਤਾਂ ਵਸਤਾਂ ਕੀ ਹੈ, ਇਹਨਾਂ ਨੂੰ ਅੰਗਰੇਜ਼ੀ 'ਚ ਗੁਡਸ ਕਿਹਾ ਜਾਂਦਾ ਹੈ। ਤਾਂ ਵਸਤਾਂ ਜਾਂ ਵਸਤੂਆਂ ਉਹ ਛੂਹਣਯੋਗ ਚੀਜ਼ਾਂ ਹਨ ਜੋ ਮਨੁੱਖੀ ਲੋੜ ਨੂੰ ਸੰਤੁਸ਼ਟ ਕਰਦੀਆਂ ਹਨ, ਜਿਵੇਂ ਰੇਡੀਓ, ਪੱਖਾ ਆਦਿ। ਤਾਂ ਵਸਤਾਂ ਉਹ ਛੂਹਣਯੋਗ ਚੀਜ਼ਾਂ ਜਿਹਨੂੰ ਅਸੀਂ ਛੂਹ ਕੇ ਦੇਖ ਸਕਦੇ ਹਾਂ, ਫਿਜ਼ੀਕਲ ਚੀਜ਼ਾਂ ਹਨ ਜਿਹੜੀਆਂ ਮਨੁੱਖੀ ਜ਼ਰੂਰਤਾਂ ਨੂੰ ਸੰਤੁਸ਼ਟ ਕਰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਕੋਈ ਵੀ ਚੀਜ਼ ਜਿਸ ਨੂੰ ਮਨੁੱਖੀ ਲੋੜ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ ਉਹ ਵਸਤੂ ਕਹਾਉਂਦੀ ਹੈ। ਜਿਵੇਂ ਰੇਡੀਓ ਹੋ ਗਿਆ, ਪੱਖਾ ਹੋ ਗਿਆ, ਮੋਬਾਈਲ ਫੋਨ ਹੋ ਗਏ, ਜਾਂ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਮਨੁੱਖੀ ਜ਼ਰੂਰਤ ਨੂੰ ਪੂਰਾ ਕਰਦੀਆਂ ਹਨ, ਮਨੁੱਖੀ ਲੋੜ ਨੂੰ ਸੰਤੁਸ਼ਟ ਕਰਦੀਆਂ ਹਨ ਔਰ ਇੰਨੀ ਸਮਰੱਥਾ ਰੱਖਦੀਆਂ ਹਨ ਕਿ ਉਹ ਸੰਤੁਸ਼ਟੀ ਦੇ ਸਕਣ, ਤਾਂ ਉਹਨਾਂ ਨੂੰ ਵਸਤਾਂ ਕਿਹਾ ਜਾਂਦਾ ਹੈ। ਤਾਂ ਵਸਤਾਂ ਉਹ ਛੂਹਣਯੋਗ ਚੀਜ਼ਾਂ ਜੋ ਮਨੁੱਖੀ ਲੋੜ ਨੂੰ ਸੰਤੁਸ਼ਟ ਕਰਦੀਆਂ ਹਨ, ਉਹਨਾਂ ਨੂੰ ਵਸਤਾਂ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਆ ਗਿਆ ਸੇਵਾਵਾਂ। ਤਾਂ ਸੇਵਾਵਾਂ ਦੇ ਵਿੱਚ ਸਰਵਿਸਿਜ਼ ਇਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਅਰਥ ਸ਼ਾਸਤਰ ਵਿੱਚ ਵਸਤੂਆਂ ਤੋਂ ਇਲਾਵਾ ਸੇਵਾਵਾਂ ਵੀ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਹਨ। ਇਕਨੋਮਿਕਸ ਦੇ ਵਿੱਚ ਗੁਡਸ ਤੋਂ ਇਲਾਵਾ ਸੇਵਾਵਾਂ ਜਿਹੜੀਆਂ ਹੈਗੀਆਂ, ਸਰਵਿਸਿਜ਼, ਸੇਵਾਵਾਂ ਮਨੁੱਖ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਕਰਦੀਆਂ ਹਨ। ਇਹਨਾਂ ਦੀ ਕੋਈ ਭੌਤਿਕਤਾ ਨਹੀਂ ਹੁੰਦੀ। ਇਹਦੀ ਐਗਜ਼ਾਮਪਲ ਅਸੀਂ ਅਗਰ ਲਈਏ, ਇਹਦੀ ਉਦਾਹਰਨ ਲਈਏ, ਜਿਵੇਂ ਅਧਿਆਪਕ ਦੁਆਰਾ ਪੜ੍ਹਾਉਣਾ। ਤਾਂ ਅਧਿਆਪਕ ਸੇਵਾ ਨਿਭਾ ਰਿਹਾ ਹੈ, ਅਧਿਆਪਕ ਸਰਵਿਸਿਜ਼ ਦੇ ਰਿਹਾ, ਪੜ੍ਹਾ ਰਿਹਾ। ਇਸੇ ਤਰ੍ਹਾਂ ਡਾਕਟਰ ਦੁਆਰਾ ਇਲਾਜ ਕਰਨਾ। ਤਾਂ ਡਾਕਟਰ ਜਿਹੜਾ ਹੈਗਾ ਉਹ ਮਰੀਜ਼ਾਂ ਦਾ ਇਲਾਜ ਕਰ ਰਿਹਾ, ਸੇਵਾ ਕਰ ਰਿਹਾ, ਅਤੇ ਇਹ ਸਰਵਿਸਿਜ਼ ਹੋ ਗਈਆਂ। ਤਾਂ ਅਰਥ ਸ਼ਾਸਤਰ ਵਿੱਚ ਵਸਤੂਆਂ ਤੋਂ ਇਲਾਵਾ ਸੇਵਾਵਾਂ ਵੀ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਹਨ। ਤਾਂ ਇਹਨਾਂ ਦੀ ਕੋਈ ਭੌਤਿਕਤਾ ਨਹੀਂ ਹੁੰਦੀ। ਉਦਾਹਰਨ ਅਸੀਂ ਲਈਏ ਅਧਿਆਪਕ ਦੁਆਰਾ ਪੜ੍ਹਾਉਣਾ ਅਤੇ ਡਾਕਟਰ ਦੁਆਰਾ ਇਲਾਜ ਕਰਨਾ। ਤਾਂ ਵਸਤੂਆਂ ਦੇ ਉਲਟ ਸੇਵਾਵਾਂ ਵਿੱਚ ਭੌਤਿਕਤਾ ਨਹੀਂ ਹੁੰਦੀ। ਅਤੇ ਐਗਜ਼ਾਮਪਲ ਜਿਹੜੀ ਹੈਗੀ ਅਸੀਂ ਦੇਖ ਸਕਦੇ ਹਾਂ ਉਹ ਹੈ ਅਧਿਆਪਕ ਦੁਆਰਾ ਪੜ੍ਹਾਉਣਾ। ਅੱਗੇ ਅਸੀਂ ਅਗਲਾ ਜਿਹੜਾ ਬੇਸਿਕ ਕਨਸੈਪਟ ਹੈ ਉਹ ਦੇਖਦੇ ਹਾਂ ਯੂਟਿਲਿਟੀ, ਉਪਯੋਗਤਾ, ਜਾਂ ਇਹਨੂੰ ਤੁਸ਼ਟੀ ਗੁਣ ਵੀ ਕਿਹਾ ਜਾਂਦਾ ਹੈ। ਤਾਂ ਕਿਸੇ
ਵਸਤੂ ਜਾਂ ਸੇਵਾ ਵਿੱਚ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਜਿਹੜੀ ਸਮਰੱਥਾ ਹੈ ਉਸ ਨੂੰ ਉਪਯੋਗਤਾ ਜਾਂ ਤੁਸ਼ਟੀ ਗੁਣ ਕਹਿੰਦੇ ਆ, ਯੂਟਿਲਿਟੀ ਕਹਿੰਦੇ ਆ। ਜਿਵੇਂ ਪਾਣੀ ਨਾਲ ਅਸੀਂ ਪਿਆਸ ਨੂੰ ਬੁਝਾਉਂਦੇ ਹਾਂ, ਤਾਂ ਪਾਣੀ ਦੇ ਵਿੱਚ ਪਿਆਸ ਨੂੰ ਬੁਝਾਉਣ ਦੀ ਜਿਹੜੀ ਸਮਰੱਥਾ ਹੈ ਉਹ ਉਪਯੋਗਤਾ ਹੈ, ਤੁਸ਼ਟੀ ਗੁਣ ਹੈ, ਯੂਟਿਲਿਟੀ ਹੈ। ਤਾਂ ਕਿਸੇ ਵੀ ਵਸਤੂ ਜਾਂ ਸੇਵਾ ਵਿੱਚ ਜਦੋਂ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ, ਕਿਸੇ ਵੀ ਵਸਤੂ ਜਾਂ ਸੇਵਾ ਵਿੱਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਜਿਹੜੀ ਸਮਰੱਥਾ ਹੈ ਉਸ ਨੂੰ ਉਪਯੋਗਤਾ ਜਾਂ ਤੁਸ਼ਟੀ ਗੁਣ ਕਹਿੰਦੇ ਆ। ਤਾਂ ਉਦਾਹਰਣ ਵਜੋਂ ਜਦੋਂ ਰੋਟੀ ਅਸੀਂ ਖਾਂਦੇ ਹਾਂ ਤਾਂ ਰੋਟੀ ਨਾਲ ਭੁੱਖ ਨੂੰ ਮਿਟਾਉਂਦੇ ਹਾਂ, ਅਤੇ ਅਸੀਂ ਪਾਣੀ ਦੇ ਨਾਲ ਪਿਆਸ ਨੂੰ ਬੁਝਾਉਂਦੇ ਹਾਂ। ਤਾਂ ਪਾਣੀ ਦੇ ਵਿੱਚ ਜਿਹੜੀ ਪਿਆਸ ਬੁਝਾਉਣ ਦੀ ਸਮਰੱਥਾ ਹੈ, ਪਾਣੀ ਦੇ ਵਿੱਚ ਪਿਆਸ ਬੁਝਾਉਣ ਦੀ ਜਿਹੜੀ ਸਮਰੱਥਾ ਹੈ ਉਸ ਨੂੰ ਉਪਯੋਗਤਾ ਕਿਹਾ ਜਾਂਦਾ। ਤਾਂ ਇੱਕ ਵਾਰ ਫਿਰ ਅਸੀਂ ਦੇਖਦੇ ਹਾਂ ਕਿ ਕਿਸੇ ਵਸਤੂ ਜਾਂ ਸੇਵਾ ਵਿੱਚ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਉਪਯੋਗਤਾ ਜਾਂ ਤੁਸ਼ਟੀ ਗੁਣ ਕਹਿੰਦੇ ਆ। ਇਹਨੂੰ ਅੰਗਰੇਜ਼ੀ 'ਚ ਅਸੀਂ ਯੂਟਿਲਿਟੀ ਵਰਡ ਨਾਲ ਡਿਨੋਟ ਕਰਦੇ ਹਾਂ। ਅਤੇ ਜਿਵੇਂ ਪਾਣੀ ਨਾਲ ਪਿਆਸ ਨੂੰ ਬੁਝਾਉਣਾ ਇਹ ਸਮਰੱਥਾ ਹੈ, ਉਪਯੋਗਤਾ ਹੈ। ਅੱਗੇ ਹੈ ਸਾਡੇ ਕੋਲ ਪ੍ਰਾਈਸ, ਕੀਮਤ। ਤਾਂ ਕੀਮਤ ਕੀ ਹੈ? ਕੀਮਤ ਤੋਂ ਭਾਵ ਕੀਮਤ ਤੋਂ ਭਾਵ ਜਿਹੜਾ ਹੈਗਾ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ। ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਤਾਂ ਕੀਮਤ ਤੋਂ ਭਾਵ ਜਿਹੜਾ ਹੈਗਾ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਜਿਵੇਂ ਅਸੀਂ ਇੱਕ ਘੜੀ ਨੂੰ 500 ਰੁਪਏ ਵਿੱਚ ਖਰੀਦਦੇ ਹਾਂ, ਤਾਂ ਇਸ ਤਰ੍ਹਾਂ ਘੜੀ ਦੀ ਕੀਮਤ ਜਿਹੜੀ ਹੈਗੀ ਉਹ 500 ਰੁਪਏ ਹੋ ਗਈ। ਅਸੀਂ ਕੋਈ ਸਾਈਕਲ ਖਰੀਦਦੇ ਹਾਂ 5000 ਦਾ, ਤਾਂ ਸਾਈਕਲ ਦੀ ਕੀਮਤ ਜਿਹੜੀ ਹੈਗੀ ਉਹ 5000 ਰੁਪਏ ਹੋ ਗਈ। ਇਸੇ ਤਰ੍ਹਾਂ ਅਸੀਂ ਡਰੈਸਿਸ ਖਰੀਦਦੇ ਹਾਂ, ਅਸੀਂ ਆਪਣੇ ਲਈ ਕੱਪੜੇ ਖਰੀਦਦੇ ਹਾਂ ਤਾਂ ਉਹਨਾਂ ਦੀ ਕੀਮਤ ਹੁੰਦੀ ਹੈ। ਇਸੇ ਤਰ੍ਹਾਂ ਜੇ ਅਸੀਂ ਲੈਪਟਾਪ ਖਰੀਦਦੇ ਹਾਂ ਤਾਂ ਲੈਪਟਾਪ ਦੀ ਅਲੱਗ-ਅਲੱਗ ਲੈਪਟਾਪਸ ਦੀ ਕੀਮਤ ਅਲੱਗ-ਅਲੱਗ ਹੁੰਦੀ ਹੈ। ਤਾਂ ਕੀਮਤ ਜਿਹੜੀ ਹੈਗੀ ਪ੍ਰਾਈਸ, ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ। ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਉਦਾਹਰਣ ਅਸੀਂ ਲਈਏ ਸਾਈਕਲ ਦੀ ਜਾਂ ਘੜੀ ਦੀ, ਕਿ ਅਸੀਂ ਇੱਕ ਘੜੀ ਨੂੰ ਅਗਰ 500 ਰੁਪਏ ਵਿੱਚ ਖਰੀਦਦੇ ਹਾਂ ਤਾਂ ਇਸ ਤਰ੍ਹਾਂ ਘੜੀ ਦੀ ਕੀਮਤ 500 ਹੈ। ਔਰ ਅਗਰ ਸਾਈਕਲ ਨੂੰ ਅਸੀਂ 5000 ਰੁਪਏ ਦੇ ਵਿੱਚ ਖਰੀਦਦੇ ਹਾਂ ਤਾਂ ਸਾਈਕਲ ਦੀ ਕੀਮਤ ਜਿਹੜੀ ਹੈਗੀ ਉਹ 5000 ਰੁਪਏ ਹੈ। ਤਾਂ ਇਹ ਕੀਮਤ ਹੈ। ਮੈਂ ਰਿਪੀਟ ਕਰਦਾ, ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਅੱਗੇ ਸਾਡੇ ਕੋਲ ਆ ਗਿਆ ਧਨ, ਜਿਹਨੂੰ ਵੈਲਥ ਕਹਿੰਦੇ ਹਾਂ। ਤਾਂ ਧਨ ਜਿਹੜਾ ਹੈਗਾ ਅਜਿਹੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਣਨ ਲਈ ਅਸੀਂ ਕੀਮਤ ਦਿੰਦੇ ਹਾਂ। ਅਜਿਹੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਣਨ ਲਈ ਅਸੀਂ ਕੀਮਤ ਦਿੰਦੇ ਹਾਂ, ਇਸ ਨੂੰ ਧਨ ਕਿਹਾ ਜਾਂਦਾ। ਤਾਂ ਅਜਿਹੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਣਨ ਲਈ ਅਸੀਂ ਕੀਮਤ ਦਿੰਦੇ ਹਾਂ, ਇਸ ਨੂੰ ਧਨ ਕਿਹਾ ਜਾਂਦਾ। ਜਿਵੇਂ ਅਸੀਂ ਕਿਤਾਬ ਖਰੀਦਦੇ ਹਾਂ ਤਾਂ ਉਹਦੇ ਲਈ ਅਸੀਂ ਕੀਮਤ ਦਿੰਦੇ ਹਾਂ। ਪੈਨ ਹੋ ਗਿਆ, ਕਮੀਜ਼ ਹੋ ਗਈ। ਤਾਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਆ ਧਨ, ਕਿਉਂਕਿ ਇਹਨਾਂ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਹੁੰਦਾ। ਡਾਕਟਰ ਕਿਸੇ ਪੇਸ਼ੈਂਟ ਦਾ ਇਲਾਜ ਕਰਦਾ ਤਾਂ ਉਸ ਤੋਂ ਪੈਸੇ ਲੈਂਦਾ, ਤਾਂ ਇਹ ਸੇਵਾ ਦਾ ਮੁੱਲ ਹੈ। ਇਸੇ ਤਰ੍ਹਾਂ ਅਧਿਆਪਕ ਅਗਰ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ ਤਾਂ ਉਹ ਸੇਵਾ ਕਰਦਾ, ਉਸ ਦੇ ਬਦਲੇ ਉਹ ਧਨ ਕਮਾਉਂਦਾ ਹੈ। ਤਾਂ ਅਜਿਹੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਣਨ ਲਈ ਅਸੀਂ ਕੀਮਤ ਦਿੰਦੇ ਹਾਂ, ਰੁਪਈਏ ਦਿੰਦੇ ਹਾਂ, ਤਾਂ ਉਸ ਨੂੰ ਧਨ ਕਿਹਾ ਜਾਂਦਾ। ਜਿਵੇਂ ਕਿਤਾਬ, ਪੈਨ, ਕਮੀਜ਼। ਇਸੇ ਤਰ੍ਹਾਂ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਅਤੇ ਡਾਕਟਰ ਦੁਆਰਾ ਕਿਸੇ ਦਾ ਇਲਾਜ ਕਰਨ ਦੇ ਬਦਲੇ ਪੈਸੇ ਲੈਣਾ, ਤਾਂ ਇਹ ਧਨ, ਕਿਉਂਕਿ ਇਹਨਾਂ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਹੁੰਦਾ ਹੈ। ਅੱਗੇ ਸਾਡੇ ਕੋਲ ਆ ਗਿਆ ਮੁਦਰਾ, ਜਿਹਨੂੰ ਅਸੀਂ ਮਨੀ ਕਹਿੰਦੇ ਹਾਂ। ਤਾਂ ਮੁਦਰਾ ਕੀ ਹੈ? ਮੁਦਰਾ ਸਰਕਾਰ ਵੱਲੋਂ ਪ੍ਰਮਾਣਿਤ ਉਸ ਵਸਤੂ ਨੂੰ ਕਿਹਾ ਜਾਂਦਾ ਜਿਸ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ। ਵਟਾਂਦਰੇ ਦਾ ਮਾਧਿਅਮ, ਉਦਾਹਰਣ ਦੇ ਤੌਰ 'ਤੇ ਭਾਰਤ ਵਿੱਚ ਰੁਪਈਆ ਮੁਦਰਾ ਹੈ। ਤੁਸੀਂ ਸਾਰੇ ਮੁਦਰਾ ਨੂੰ ਜਾਣਦੇ ਹੋ ਅਤੇ ਇਸ ਨੂੰ ਹਰ ਰੋਜ਼ ਅਸੀਂ ਵਰਤਦੇ ਵੀ ਹਾਂ। ਜਿਵੇਂ ਤੁਸੀਂ 10 ਰੁਪਏ ਦਾ ਪੈਨ ਖਰੀਦਿਆ ਜਾਂ 5 ਰੁਪਏ ਦਾ ਇੱਕ ਕੱਪ ਚਾਹ ਦਾ ਪੀਤਾ, ਜਾਂ ਤੁਹਾਡੇ ਪਿਤਾ ਨੇ ਸਕੂਲ ਫੀਸ ਲਈ ਸਕੂਲ ਨੂੰ 200 ਰੁਪਏ ਦਾ ਚੈੱਕ ਦਿੱਤਾ,
मतलब कि ਤੁਸੀਂ 10 ਰੁਪਏ ਦਾ ਪੈਨ ਖਰੀਦਿਆ, 5 ਰੁਪਏ ਦਾ ਇੱਕ ਚਾਹ ਦਾ ਕੱਪ ਪੀਤਾ, ਜਾਂ ਤੁਹਾਡੇ ਪਿਤਾ ਜੀ ਨੇ ਸਕੂਲ ਦੀ ਫੀਸ ਲਈ ਦੇਣ ਲਈ ਤੁਹਾਨੂੰ 200 ਰੁਪਏ ਦਾ ਚੈੱਕ ਦਿੱਤਾ, ਤਾਂ ਰੁਪਈਏ, ਸਿੱਕੇ ਅਤੇ ਚੈੱਕ ਮੁਦਰਾ ਦੇ ਵੱਖ-ਵੱਖ ਰੂਪ ਹਨ। ਰੁਪਈਏ, ਸਿੱਕੇ ਅਤੇ ਚੈੱਕ ਜਿਹੜੇ ਹੈਗੇ ਉਹ ਮੁਦਰਾ ਦੇ ਵੱਖ-ਵੱਖ ਰੂਪ ਹਨ। ਮੁਦਰਾ ਸਰਕਾਰ ਵੱਲੋਂ ਪ੍ਰਮਾਣਿਤ ਉਸ ਵਸਤੂ ਨੂੰ ਕਿਹਾ ਜਾਂਦਾ। ਮੁਦਰਾ ਸਰਕਾਰ ਵੱਲੋਂ ਪ੍ਰਮਾਣਿਤ ਉਸ ਵਸਤੂ ਨੂੰ ਕਿਹਾ ਜਾਂਦਾ ਜਿਸ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ। ਵੱਖ-ਵੱਖ ਦੇਸ਼ਾਂ ਵਿੱਚ ਮੁਦਰਾ ਦੇ ਵੱਖ-ਵੱਖ ਨਾਂ ਹਨ। ਵੱਖ-ਵੱਖ ਦੇਸ਼ ਜਿਹੜੇ ਹੈਗੇ ਉਹਨਾਂ ਦੇ ਵਿੱਚ ਮੁਦਰਾ ਦੇ ਵੱਖ-ਵੱਖ ਨਾਂ ਹਨ। ਅਗਰ ਅਸੀਂ ਉਦਾਹਰਨ ਲਈਏ ਭਾਰਤ ਦੀ, ਤਾਂ ਭਾਰਤ ਦੇ ਵਿੱਚ ਮੁਦਰਾ ਦਾ ਜਿਹੜਾ ਨਾਂ ਹੈ ਉਹ ਰੁਪਈਆ ਹੈ। ਅਮਰੀਕਾ ਅਤੇ ਕਨੇਡਾ ਵਿੱਚ ਇਹ ਡਾਲਰ ਹੈ ਅਤੇ ਇੰਗਲੈਂਡ ਵਿੱਚ ਪੌਂਡ। ਤਾਂ ਮੁਦਰਾ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ। ਤਾਂ ਮੁਦਰਾ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਸਾਡੇ ਕੋਲ ਆ ਗਿਆ ਕਿ ਮੁਦਰਾ ਜਿਹੜੀ ਹੈਗੀ ਹੈ ਉਹ ਵਟਾਂਦਰੇ ਦਾ ਮਾਧਿਅਮ ਹੁੰਦਾ। ਮੁਦਰਾ ਵਟਾਂਦਰੇ ਦਾ ਮਾਧਿਅਮ ਹੈ ਅਤੇ ਇਹ ਇੱਕ ਮੁੱਲ ਦੀ ਪ੍ਰਮਾਣਕ ਇਕਾਈ ਹੈ, ਇੱਕ ਖਾਸ ਮੁੱਲ ਦੀ ਪ੍ਰਮਾਣਕ ਇਕਾਈ ਹੈ। ਤਾਂ ਮੁਦਰਾ ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦਾ ਮਾਧਿਅਮ ਹੁੰਦਾ। ਮੁਦਰਾ ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦਾ ਮਾਧਿਅਮ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ। ਮੁਦਰਾ ਨੂੰ ਸਰਕਾਰ ਵੱਲੋਂ ਮਾਨਤਾ ਦਿੱਤੀ ਜਾਂਦੀ ਹੈ। ਮੁਦਰਾ ਨੂੰ ਕਿਸੇ ਵੀ ਥਾਂ 'ਤੇ ਲੈ ਕੇ ਜਾਇਆ ਜਾ ਸਕਦਾ। ਅਸੀਂ ਮੁਦਰਾ ਜਿਹੜੀ ਹੈਗੀ ਇਸ ਨੂੰ ਕਿਸੇ ਵੀ ਥਾਂ 'ਤੇ ਲੈ ਕੇ ਜਾ ਸਕਦੇ ਹਾਂ। ਤਾਂ ਇਹ ਸੀ ਮੁਦਰਾ ਦੇ ਬਾਰੇ। ਤਾਂ ਮੁਦਰਾ ਜਿਹੜੀ ਹੈਗੀ ਇਹ ਵਟਾਂਦਰੇ ਦਾ ਮਾਧਿਅਮ ਹੈ। ਮੁਦਰਾ ਇੱਕ ਮੁੱਲ ਦੀ ਪ੍ਰਮਾਣਿਕ ਇਕਾਈ ਹੈ। ਤਾਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦਾ ਮਾਧਿਅਮ ਹੈ। ਇਸੇ ਤਰ੍ਹਾਂ ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ। ਤਾਂ ਮੁਦਰਾ ਨੂੰ ਕਿਸੇ ਵੀ ਥਾਂ 'ਤੇ ਲੈ ਕੇ ਜਾਇਆ ਜਾ ਸਕਦਾ। ਅੱਗੇ ਅਸੀਂ ਗੱਲ ਕਰਾਂਗੇ ਡਿਮਾਂਡ ਦੀ। ਤਾਂ ਡਿਮਾਂਡ ਕੀ ਹੈ? ਮੰਗ ਹੈ, ਇਸ ਨੂੰ ਮੰਗ ਕਹਿੰਦੇ ਹਾਂ। ਤਾਂ ਮੰਗ ਇੱਕ ਵਸਤੂ ਦੀ ਉਸ ਮਾਤਰਾ ਨੂੰ ਦਰਸਾਉਂਦੀ ਹੈ ਜਿਸ ਨੂੰ ਉਪਭੋਗੀ ਇੱਕ ਨਿਸ਼ਚਿਤ ਸਮੇਂ 'ਤੇ ਹਰ ਸੰਭਵ ਕੀਮਤ 'ਤੇ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ। ਜਿਵੇਂ ਜਦੋਂ ਇੱਕ ਵਿਅਕਤੀ 1 ਰੁਪਏ ਪ੍ਰਤੀ ਚਾਕਲੇਟ ਕੀਮਤ 'ਤੇ 5 ਚਾਕਲੇਟ ਖਰੀਦਣ ਲਈ ਤਿਆਰ ਹੁੰਦਾ ਤਾਂ ਮੰਗ ਜਿਹੜੀ ਹੈਗੀ ਉਹ 5 ਚਾਕਲੇਟ ਹੈ। ਜਦੋਂ ਵਿਅਕਤੀ 2 ਰੁਪਏ ਪ੍ਰਤੀ ਚਾਕਲੇਟ 'ਤੇ 3 ਚਾਕਲੇਟ ਖਰੀਦਦਾ ਤਾਂ ਮੰਗ 3 ਚਾਕਲੇਟ ਹੈ। ਇਸੇ ਤਰ੍ਹਾਂ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਬਾਜ਼ਾਰ ਵਿੱਚ ਉਸ ਵਸਤੂ ਦੀ ਮੰਗ ਘੱਟ ਹੋ ਜਾਂਦੀ ਹੈ, ਅਤੇ ਜਦੋਂ ਵਸਤੂਆਂ ਦੀ ਕੀਮਤ ਘੱਟ ਜਾਂਦੀ ਹੈ ਤਾਂ ਉਹਨਾਂ ਦੀ ਮੰਗ ਵੱਧ ਜਾਂਦੀ ਹੈ। ਤਾਂ ਅਸੀਂ ਮੰਗ ਨੂੰ ਅਗਰ ਦੇਖੀਏ ਤਾਂ ਮੰਗ ਇੱਕ ਵਸਤੂ ਦੀ ਉਸ ਮਾਤਰਾ ਨੂੰ ਦਰਸਾਉਂਦੀ ਹੈ ਜਿਸ ਨੂੰ ਉਪਭੋਗੀ ਇੱਕ ਨਿਸ਼ਚਿਤ ਸਮੇਂ 'ਤੇ ਹਰ ਸੰਭਵ 'ਤੇ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ। ਜਿਵੇਂ ਜਦੋਂ ਇੱਕ ਵਿਅਕਤੀ 1 ਰੁਪਏ ਪ੍ਰਤੀ ਚਾਕਲੇਟ ਕੀਮਤ 'ਤੇ 5 ਚਾਕਲੇਟ ਖਰੀਦਣ ਲਈ ਤਿਆਰ ਹੁੰਦਾ ਤਾਂ ਉਸਨੇ 1 ਰੁਪਏ ਪ੍ਰਤੀ ਚਾਕਲੇਟ 'ਤੇ 5 ਚਾਕਲੇਟ ਖਰੀਦਣੇ ਆ, ਤਾਂ ਮੰਗ ਜਿਹੜੀ ਹੈਗੀ ਉਹ 5 ਚਾਕਲੇਟ ਹੈ। ਜਦੋਂ ਉਹੀ ਵਿਅਕਤੀ 2 ਰੁਪਏ ਪ੍ਰਤੀ ਚਾਕਲੇਟ 'ਤੇ 3 ਚਾਕਲੇਟ ਖਰੀਦਣਾ ਚਾਹੁੰਦਾ ਤਾਂ ਮੰਗ 3 ਚਾਕਲੇਟ ਹੈ। ਇਸੇ ਤਰ੍ਹਾਂ ਮਤਲਬ ਜੇ ਦੇਖੀਏ ਤਾਂ ਵਸਤੂਆਂ ਦੀਆਂ ਜਦੋਂ ਕੀਮਤਾਂ ਜ਼ਿਆਦਾ ਹੁੰਦੀਆਂ ਤਾਂ ਬਾਜ਼ਾਰ ਵਿੱਚ ਉਸ ਵਸਤੂ ਦੀ ਮੰਗ ਘੱਟ ਜਾਂਦੀ ਹੈ। ਜਦੋਂ ਬਾਜ਼ਾਰ ਵਿੱਚ ਵਸਤੂ ਦੀ ਕਿਸੇ ਵੀ ਚੀਜ਼ ਦੀ ਕੀਮਤ ਵੱਧ ਹੁੰਦੀ ਹੈ, ਕੀਮਤ ਜ਼ਿਆਦਾ ਹੁੰਦੀ ਹੈ ਤਾਂ ਉਸ ਵਸਤੂ ਦੀ ਮੰਗ ਘੱਟ ਜਾਂਦੀ ਹੈ, ਅਤੇ ਜਦੋਂ ਵਸਤੂਆਂ ਦੀਆਂ ਕੀਮਤਾਂ ਘੱਟ ਜਾਂਦੀਆਂ ਤਾਂ ਉਹਨਾਂ ਦੀ ਮੰਗ ਵੱਧ ਜਾਂਦੀ ਹੈ। ਤਾਂ ਮੰਗ ਨੂੰ ਅੰਗਰੇਜ਼ੀ 'ਚ ਅਸੀਂ ਡਿਮਾਂਡ ਕਹਿੰਦੇ ਹਾਂ। ਤਾਂ ਜਦੋਂ ਵਿਅਕਤੀ 1 ਰੁਪਈਆ ਪ੍ਰਤੀ ਚਾਕਲੇਟ ਕੀਮਤ 'ਤੇ 5 ਚਾਕਲੇਟ ਖਰੀਦਣ ਲਈ ਤਿਆਰ ਹੁੰਦਾ ਤਾਂ ਪਿਆਰੇ ਵਿਦਿਆਰਥੀਓ ਉਸ ਦੀ ਮੰਗ ਜਿਹੜੀ ਹੈਗੀ ਉਹ 5 ਚਾਕਲੇਟ ਹੈ। ਅਸੀਂ ਮੰਗ ਤੋਂ ਬਾਅਦ ਗੱਲ ਕਰਾਂਗੇ ਪੂਰਤੀ ਦੀ, ਜਿਹਨੂੰ ਸਪਲਾਈ ਕਿਹਾ ਜਾਂਦਾ। ਤਾਂ ਪੂਰਤੀ ਕੀ ਹੈ? ਪੂਰਤੀ ਤੋਂ ਭਾਵ ਵਸਤੂ ਦੀ ਉਹ ਮਾਤਰਾ ਹੈ। ਪੂਰਤੀ ਤੋਂ ਭਾਵ ਵਸਤੂ ਦੀ ਉਹ ਮਾਤਰਾ ਹੈ ਜਿਹੜੀ ਇੱਕ ਵਿਕਰੇਤਾ ਇੱਕ ਨਿਸ਼ਚਿਤ ਸਮੇਂ 'ਤੇ ਨਿਸ਼ਚਿਤ ਕੀਮਤ 'ਤੇ ਵੇਚਣ ਲਈ ਤਿਆਰ ਹੁੰਦਾ। ਉਦਾਹਰਨ ਦੇ ਤੌਰ 'ਤੇ ਇੱਕ ਵਿਕਰੇਤਾ ਕੋਲ ਜੇ 50 ਚਾਕਲੇਟ ਹਨ, ਜਦੋਂ ਕੀਮਤ 5 ਰੁਪਏ ਪ੍ਰਤੀ ਚਾਕਲੇਟ ਹੁੰਦੀ ਹੈ ਤਾਂ ਵਿਕਰੇਤਾ ਕੋਈ ਵੀ ਚਾਕਲੇਟ ਵੇਚਣਾ ਨਹੀਂ ਚਾਹੁੰਦਾ। ਪਰ ਜਦੋਂ ਕੀਮਤ ਵੱਧ ਕੇ 10 ਰੁਪਏ ਪ੍ਰਤੀ ਚਾਕਲੇਟ ਹੁੰਦੀ ਹੈ, ਅਗਰ ਕੀਮਤ ਵੱਧ ਕੇ 10 ਰੁਪਏ ਪ੍ਰਤੀ ਚਾਕਲੇਟ ਹੁੰਦੀ ਹੈ ਤਾਂ ਵਿਕਰੇਤਾ 10 ਚਾਕਲੇਟ ਵੇਚਣ ਲਈ ਤਿਆਰ ਹੁੰਦਾ। ਇਸ ਲਈ ਪੂਰਤੀ ਜਿਹੜੀ ਹੈਗੀ ਸਪਲਾਈ ਉਹ 10 ਚਾਕਲੇਟ ਹੈ। ਜਦੋਂ ਕੀਮਤ ਵੱਧ ਕੇ 20 ਰੁਪਏ ਪ੍ਰਤੀ ਚਾਕਲੇਟ ਹੁੰਦੀ ਹੈ
ਤਾਂ ਵਿਕਰੇਤਾ ਜਿਹੜਾ ਹੈਗਾ ਉਹ 30 ਚਾਕਲੇਟ ਵੇਚਦਾ ਅਤੇ ਇਸ ਲਈ ਪੂਰਤੀ 30 ਚਾਕਲੇਟ ਹੋ ਗਈ। ਅਤੇ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਉਤਪਾਦਕ ਜਾਂ ਵਿਕਰੇਤਾ ਜ਼ਿਆਦਾ ਤੋਂ ਜ਼ਿਆਦਾ ਵਸਤੂਆਂ ਬਾਜ਼ਾਰ ਵਿੱਚ ਵੇਚਣ ਲਈ ਲਿਆਉਂਦਾ ਅਤੇ ਵਸਤੂਆਂ ਦੀ ਘੱਟ ਕੀਮਤ 'ਤੇ ਵਿਕਰੇਤਾ ਜਿਹੜਾ ਹੈਗਾ ਉਹ ਵਸਤੂਆਂ ਦੀ ਪੂਰਤੀ ਘੱਟ ਕਰ ਦਿੰਦਾ। ਤਾਂ ਅਸੀਂ ਅਗਰ ਦੇਖੀਏ ਤਾਂ ਪੂਰਤੀ ਤੋਂ ਬਾਅਦ ਅਗਲਾ ਸਾਡਾ ਟੌਪਿਕ ਹੈ ਬਾਜ਼ਾਰ, ਜਿਹਨੂੰ ਮੰਡੀ ਕਿਹਾ ਜਾਂਦਾ ਜਾਂ ਮਾਰਕੀਟ ਕਿਹਾ ਜਾਂਦਾ। ਤਾਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਬਾਜ਼ਾਰ ਤੋਂ ਭਾਵ ਉਹ ਥਾਂ ਹੈ ਜਿੱਥੇ ਖਰੀਦਦਾਰ ਅਤੇ ਵਿਕਰੇਤਾ ਆਪਸ ਦੇ ਵਿੱਚ ਮਿਲਦੇ ਨੇ ਅਤੇ ਵਸਤੂਆਂ ਖਰੀਦਦੇ ਅਤੇ ਵੇਚਦੇ ਨੇ। ਤਾਂ ਆਮ ਬੋਲਚਾਲ ਦੀ ਭਾਸ਼ਾ ਦੀ ਜੇ ਅਸੀਂ ਗੱਲ ਕਰੀਏ ਤਾਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਬਾਜ਼ਾਰ ਤੋਂ ਭਾਵ ਉਹ ਥਾਂ ਹੈ ਜਿੱਥੇ ਖਰੀਦਦਾਰ ਅਤੇ ਵੇਚਣ ਵਾਲੇ ਵਿਕਰੇਤਾ ਆਪਸ ਦੇ ਵਿੱਚ ਮਿਲਦੇ ਨੇ ਅਤੇ ਵਸਤੂਆਂ ਖਰੀਦਦੇ ਅਤੇ ਵੇਚਦੇ ਨੇ। ਪਰੰਤੂ ਅਰਥ ਸ਼ਾਸਤਰ ਵਿੱਚ ਧਿਆਨ ਦੇਣ ਦੀ ਲੋੜ ਹੈ ਕਿ ਅਰਥ ਸ਼ਾਸਤਰ ਵਿੱਚ ਬਾਜ਼ਾਰ ਦਾ ਅਰਥ ਹੈ ਇੱਕ ਅਜਿਹੇ ਪ੍ਰਬੰਧ ਤੋਂ ਜਿੱਥੇ ਕਿਸੇ ਵਸਤੂਆਂ ਦੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਸੰਪਰਕ ਕਰਕੇ ਵਸਤੂਆਂ ਨੂੰ ਵੇਚਦੇ ਅਤੇ ਖਰੀਦਦੇ ਨੇ। ਅਤੇ ਇਹ ਜ਼ਰੂਰੀ ਨਹੀਂ ਕਿ ਉਹ ਇੱਕ ਦੂਜੇ ਦੇ ਸਾਹਮਣੇ ਹੋ ਕੇ ਆਮਣੇ ਸਾਹਮਣੇ ਹੋ ਕੇ ਹੀ ਖਰੀਦ ਵੇਚ ਕਰਨ, ਸਗੋਂ ਕਿਸੇ ਵੀ ਤਰੀਕੇ ਨਾਲ ਇੱਕ ਦੂਜੇ ਦੇ ਸੰਪਰਕ ਵਿੱਚ ਆ ਕੇ ਖਰੀਦ ਜਾਂ ਵੇਚ ਕਰ ਸਕਦੇ ਨੇ। ਜਿਵੇਂ ਟੈਲੀਫੋਨ ਰਾਹੀਂ ਉਹ ਵੇਚ ਜਾਂ ਖਰੀਦ ਕਰ ਸਕਦੇ ਨੇ, ਈਮੇਲ ਰਾਹੀਂ ਉਹ ਵੇਚਣਾ ਅਤੇ ਖਰੀਦਣ ਦੀ ਪ੍ਰਕਿਰਿਆ ਨੂੰ ਚਲਾ ਸਕਦੇ ਨੇ। ਇਸੇ ਤਰ੍ਹਾਂ ਔਨਲਾਈਨ ਸਿਸਟਮ ਦੇ ਨਾਲ ਉਹ ਆਪਣੇ ਵਸਤੂਆਂ ਨੂੰ ਵੇਚ ਸਕਦੇ ਨੇ ਜਾਂ ਖਰੀਦ ਸਕਦੇ ਨੇ। ਤਾਂ ਇੱਕ ਦੂਜੇ ਦੇ ਇਸ ਤਰ੍ਹਾਂ ਉਹ ਸੰਪਰਕ ਦੇ ਵਿੱਚ ਆਉਂਦੇ ਆ। ਤਾਂ ਅਜੋਕੇ ਸਮੇਂ ਵਿੱਚ ਔਨਲਾਈਨ ਖਰੀਦਦਾਰੀ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਵੱਧ ਗਿਆ ਹੈ। ਤਾਂ ਬਾਜ਼ਾਰ ਦੀ ਮੰਡੀ ਦੀ ਜਿਹੜੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਸ ਨੂੰ ਬਾਜ਼ਾਰ ਤੋਂ ਭਾਵ ਹੈ ਉਹ ਥਾਂ ਜਿੱਥੇ ਖਰੀਦਦਾਰ ਅਤੇ ਵਿਕਰੇਤਾ ਜਿਹੜੇ ਹੈਗੇ ਆਪਸ 'ਚ ਮਿਲਦੇ ਨੇ ਅਤੇ ਵਸਤੂਆਂ ਖਰੀਦ ਅਤੇ ਵੇਚਦੇ ਨੇ। ਪਰੰਤੂ ਅਰਥ ਸ਼ਾਸਤਰ ਦੇ ਵਿੱਚ ਬਾਜ਼ਾਰ ਦਾ ਅਰਥ ਜਿਹੜਾ ਹੈਗਾ ਅਜਿਹਾ ਪ੍ਰਬੰਧ ਹੈ ਜਿੱਥੇ ਕਿਸੇ ਵਸਤੂ ਦੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਸੰਪਰਕ ਕਰਕੇ ਵਸਤੂਆਂ ਨੂੰ ਵੇਚਦੇ ਅਤੇ ਖਰੀਦਦੇ ਨੇ। ਅਤੇ ਇਹ ਜ਼ਰੂਰੀ ਨਹੀਂ ਕਿ ਉਹ ਇੱਕ ਦੂਸਰੇ ਦੇ ਆਮਣੇ ਸਾਹਮਣੇ ਹੋ ਕੇ ਖਰੀਦ ਵੇਚ ਕਰਨ, ਸਗੋਂ ਉਹ ਕਿਸੇ ਵੀ ਤਰੀਕੇ ਨਾਲ ਦੂਜੇ ਦੇ ਸੰਪਰਕ ਦੇ ਵਿੱਚ ਆ ਕੇ ਖਰੀਦ ਅਤੇ ਵੇਚ ਕਰ ਸਕਦੇ ਨੇ। ਜਿਵੇਂ ਟੈਲੀਫੋਨ ਰਾਹੀਂ, ਈਮੇਲ ਰਾਹੀਂ ਜਾਂ ਔਨਲਾਈਨ ਖਰੀਦਦਾਰੀ ਦਾ ਰੁਝਾਨ ਬਹੁਤ ਵਧਿਆ ਹੋਇਆ, ਤਾਂ ਔਨਲਾਈਨ ਵੀ ਉਹ ਖਰੀਦਦਾਰੀ ਕਰ ਸਕਦੇ ਨੇ, ਤਾਂ ਉਹ ਸੰਪਰਕ ਇੱਕ ਦੂਜੇ ਨੂੰ ਕਰ ਸਕਦੇ ਨੇ। ਤਾਂ ਅਜੋਕੇ ਸਮੇਂ ਵਿੱਚ ਔਨਲਾਈਨ ਖਰੀਦਦਾਰੀ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਵੱਧ ਗਿਆ ਹੈ। ਅੱਗੇ ਅਸੀਂ ਗੱਲ ਕਰਾਂਗੇ ਕੋਸਟ ਦੀ, ਲਾਗਤ ਦੀ, ਜਿਸ ਨੂੰ ਲਾਗਤ ਕਿਹਾ ਜਾਂਦਾ ਹੈ। ਕੋਸਟ ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ, ਵਸਤੂ ਦੇ ਬਣਾਉਣ ਤੋਂ ਲੈ ਕੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜਿਹੜੀ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਲਾਗਤ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਉਤਪਾਦਕ ਨੂੰ ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਣ ਤੱਕ ਬਹੁਤ ਸਾਰੇ ਖਰਚੇ, ਜਿਵੇਂ ਕਿ ਕੱਚਾ ਮਾਲ ਖਰੀਦਣਾ, ਮਜ਼ਦੂਰੀ ਦੇਣੀ, ਬਿਜਲੀ ਦਾ ਖਰਚਾ, ਜਿਹੜੇ ਲਾਗਤ ਦੇ ਰੂਪ ਵਿੱਚ ਉਸ ਨੂੰ ਖਰਚ ਕਰਨੇ ਪੈਂਦੇ ਆ। ਤਾਂ ਕੋਸਟ ਜਿਹੜੀ ਹੈਗੀ ਕਿਸੇ ਵੀ ਚੀਜ਼ ਦੀ ਲਾਗਤ ਹੈ ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਜਿਹੜੇ ਰੂਪ ਨੇ, ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਲਾਗਤ ਕਿਹਾ ਜਾਂਦਾ ਹੈ। ਉਦਾਹਰਣ ਇਹਦੀ ਇਹ ਹੈ ਕਿ ਉਤਪਾਦਕ ਨੂੰ ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਣ ਤੱਕ ਬਹੁਤ ਸਾਰੇ ਖਰਚੇ, ਜਿਵੇਂ ਕੱਚਾ ਮਾਲ ਖਰੀਦਣਾ, ਫਿਰ ਉਹਨੂੰ ਬਣਾਉਣਾ, ਉਹਦੀ ਮਜ਼ਦੂਰੀ ਦੇਣੀ, ਬਿਜਲੀ ਦਾ ਖਰਚ ਹੋ ਗਿਆ, ਹੋਰ ਜਿਹੜੀ ਫੁਟਕਲ ਖਰਚੇ ਨੇ, ਤਾਂ ਇਹ ਲਾਗਤ ਦੇ ਰੂਪ ਵਿੱਚ ਉਸ ਨੂੰ ਖਰਚ ਕਰਨੇ ਪੈਂਦੇ ਨੇ। ਤਾਂ ਅੱਗੇ ਸਾਡੇ ਕੋਲ ਆ ਗਿਆ ਇਨਕਮ, ਆਮਦਨ। ਤਾਂ ਵਸਤੂਆਂ ਦੀ ਵਿਕਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਇੱਕ ਵਿਅਕਤੀ ਨੂੰ ਜੋ ਰਾਸ਼ੀ ਪ੍ਰਾਪਤ ਹੁੰਦੀ ਹੈ ਉਸ ਨੂੰ ਆਮਦਨ ਕਹਿੰਦੇ ਆ। ਵਸਤੂਆਂ ਦੀ ਵਿਕਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਵਿਅਕਤੀ ਨੂੰ ਜੋ ਰਾਸ਼ੀ ਪ੍ਰਾਪਤ ਹੁੰਦੀ ਹੈ ਉਸ ਨੂੰ ਆਮਦਨ ਕਹਿੰਦੇ ਆ। ਉਦਾਹਰਣ ਵਜੋਂ ਇੱਕ ਫਰਮ ਹਰ ਰੋਜ਼ ਜੇ 100 ਕਮੀਜ਼ਾਂ ਤਿਆਰ ਕਰਦੀ ਹੈ ਤਾਂ 100 ਰੁਪਏ ਕੀਮਤ ਨਾਲ ਪ੍ਰਤੀ ਕਮੀਜ਼ ਵੇਚਣ ਉਪਰੰਤ ਫਰਮ ਨੂੰ 10,000 ਰੁਪਏ ਪ੍ਰਾਪਤ ਹੁੰਦੇ ਨੇ। ਤਾਂ ਅਰਥ ਸ਼ਾਸਤਰ ਵਿੱਚ ਇਹ 10,000 ਦੀ ਰਕਮ ਉਸ ਫਰਮ ਦੀ ਆਮਦਨ ਹੈ। ਜੇਕਰ ਇੱਕ ਮਜ਼ਦੂਰ ਸਾਰਾ ਦਿਨ ਮਜ਼ਦੂਰੀ ਕਰਕੇ ਮਾਲਕ ਤੋਂ 400 ਰੁਪਏ ਪ੍ਰਾਪਤ ਕਰਦਾ ਹੈ ਤਾਂ ਮਜ਼ਦੂਰ ਦੀ ਆਮਦਨ ਜਿਹੜੀ ਹੈਗੀ ਉਹ 400 ਰੁਪਏ ਹੋ ਗਈ। ਤਾਂ ਆਮਦਨ ਕੀ ਹੈ? ਮੰਨ ਲਓ ਇੱਕ ਫਰਮ ਜਿਹੜੀ ਹੈਗੀ, ਇੱਕ ਕੰਪਨੀ ਜਿਹੜੀ ਹੈਗੀ, ਉਹ 100 ਕਮੀਜ਼ ਰੋਜ਼ ਤਿਆਰ ਕਰਦੀ ਹੈ ਅਤੇ ਉਹ 100 ਕਮੀਜ਼ ਜਿਹੜਾ ਹੈਗਾ 100 ਰੁਪਏ ਪ੍ਰਤੀ ਕਮੀਜ਼ ਦੀ ਕੀਮਤ ਦੇ ਹਿਸਾਬ ਨਾਲ ਵੇਚਦੀ ਹੈ, ਤਾਂ ਉਸ ਕੰਪਨੀ ਦੀ ਆਮਦਨ 10,000 ਰੁਪਏ ਹੋ ਗਈ। ਇਸੇ ਤਰ੍ਹਾਂ ਅਗਰ ਕੋਈ ਮਜ਼ਦੂਰ ਸਾਰਾ ਦਿਨ ਮਜ਼ਦੂਰੀ ਕਰਕੇ ਮਾਲਕ ਤੋਂ 400 ਰੁਪਏ ਪ੍ਰਾਪਤ ਕਰਦਾ ਹੈ ਤਾਂ ਮਜ਼ਦੂਰ ਦੀ ਆਮਦਨ 400 ਰੁਪਏ ਹੈ। ਤਾਂ ਅੱਗੇ ਅਸੀਂ ਕਿਰਿਆਵਾਂ ਦੀ ਗੱਲ ਕਰਾਂਗੇ, ਆਰਥਿਕ ਅਤੇ ਅਣਆਰਥਿਕ ਕਿਰਿਆਵਾਂ।
ਤਾਂ ਜਿਹੜੀਆਂ ਆਰਥਿਕ ਕਿਰਿਆਵਾਂ ਨੇ ਇਹਨਾਂ ਨੂੰ ਇਕਨੋਮਿਕ ਐਕਟੀਵਿਟੀਜ਼ ਕਿਹਾ ਜਾਂਦਾ। ਤਾਂ ਹਰ ਮਨੁੱਖ ਸੀਮਤ ਸਾਧਨਾਂ ਨਾਲ ਆਪਣੀਆਂ ਅਸੀਮਤ ਜਿਹੜੀਆਂ ਜ਼ਰੂਰਤਾਂ ਨੂੰ, ਆਪਣੀਆਂ ਅਸੀਮਤ ਲੋੜਾਂ ਨੂੰ ਪੂਰਾ ਕਰਨ ਦੀ ਕੁਝ ਕਿਰਿਆਵਾਂ ਕਰਦਾ। ਤਾਂ ਇਹਨਾਂ ਕਿਰਿਆਵਾਂ ਨੂੰ ਆਰਥਿਕ ਕਿਰਿਆਵਾਂ ਕਿਹਾ ਜਾਂਦਾ। ਅਤੇ ਇਹ ਕਿਰਿਆਵਾਂ ਜਿਹੜੀਆਂ ਹੈਗੀਆਂ ਉਹ ਧਨ ਕਮਾਉਣ ਦੇ ਉਦੇਸ਼ ਲਈ ਕੀਤੀਆਂ ਜਾਂਦੀਆਂ ਨੇ। ਤਾਂ ਉਦਾਹਰਨ ਆਪਾਂ ਪਹਿਲਾਂ ਵੀ ਲਈ ਹੈ ਕਿ ਇੱਕ ਅਧਿਆਪਕ ਦੁਆਰਾ ਜਦੋਂ ਸਕੂਲ ਵਿੱਚ ਪੜ੍ਹਾਇਆ ਜਾਂਦਾ, ਅਧਿਆਪਕ ਸਕੂਲ ਦੇ ਵਿੱਚ ਪੜ੍ਹਾ ਕੇ ਸਰਵਿਸ ਪ੍ਰੋਵਾਈਡ ਕਰਦਾ, ਸੇਵਾ ਦਿੰਦਾ, ਤਾਂ ਉਸ ਦੇ ਬਦਲੇ ਉਹ ਧਨ ਕਮਾਉਂਦਾ। ਇਸੇ ਤਰ੍ਹਾਂ ਡਾਕਟਰ ਜਦੋਂ ਮਰੀਜ਼ ਦਾ ਇਲਾਜ ਕਰਦਾ ਉਸ ਦੇ ਬਦਲੇ ਪੈਸੇ ਲੈਂਦਾ, ਰੁਪਈਏ ਲੈਂਦਾ, ਤਾਂ ਉਹ ਧਨ ਕਮਾਉਂਦਾ। ਤਾਂ ਇਹ ਆਰਥਿਕ ਕਿਰਿਆ ਹੈ। ਤਾਂ ਅਧਿਆਪਕ ਅਤੇ ਡਾਕਟਰ ਵੱਲੋਂ ਆਪਣੀਆਂ ਸੇਵਾਵਾਂ ਦੇ ਬਦਲੇ ਧਨ ਕਮਾਇਆ ਜਾ ਰਿਹਾ। ਅਧਿਆਪਕ ਅਤੇ ਡਾਕਟਰ ਵੱਲੋਂ ਆਪਣੀਆਂ ਸੇਵਾਵਾਂ ਦੇ ਬਦਲੇ ਜਿਹੜਾ ਧਨ ਕਮਾਇਆ ਜਾ ਰਿਹਾ, ਇਹ ਆਰਥਿਕ ਕਿਰਿਆਵਾਂ ਦਾ, ਇਹ ਆਰਥਿਕ ਕਿਰਿਆ ਹੈ। ਤਾਂ ਇਹ ਆਰਥਿਕ ਕਿਰਿਆਵਾਂ ਦਾ ਸੰਬੰਧ ਧਨ ਦੇ ਉਪਭੋਗ, ਉਤਪਾਦਨ ਅਤੇ ਵਟਾਂਦਰੇ ਅਤੇ ਵੰਡ ਤੋਂ ਹੁੰਦਾ। ਤਾਂ ਪ੍ਰੋਫੈਸਰ ਬੋਲਡਿੰਗ ਨੇ ਕਿਹਾ ਸੀ ਕਿ ਆਰਥਿਕ ਕਿਰਿਆਵਾਂ ਨੂੰ ਉਸਨੇ 4 ਭਾਗਾਂ 'ਚ ਵੰਡਿਆ ਸੀਗਾ, ਜਿਹਦੇ ਵਿੱਚ ਕੰਜ਼ੰਪਸ਼ਨ ਆ ਗਿਆ, ਉਪਭੋਗ, ਉਤਪਾਦਨ ਆ ਗਿਆ ਜਿਹਨੂੰ ਪ੍ਰੋਡਕਸ਼ਨ ਕਹਿੰਦੇ ਆ, ਤਾਂ ਵਟਾਂਦਰਾ ਐਕਸਚੇਂਜ ਹੁੰਦਾ, ਵਸਤੂਆਂ ਦਾ ਆਦਾਨ ਪ੍ਰਦਾਨ। ਇਸੇ ਤਰ੍ਹਾਂ ਡਿਸਟਰੀਬਿਊਸ਼ਨ, ਵੰਡ ਹੋ ਗਈ ਇਹਦੀ। ਅਤੇ ਅੱਗੇ ਅਸੀਂ ਗੱਲ ਕਰਾਂਗੇ ਅਨਾਰਥਿਕ ਕਿਰਿਆਵਾਂ ਦੀ। ਤਾਂ ਅਨਾਰਥਿਕ ਕਿਰਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ, ਅਨਾਰਥਿਕ ਕਿਰਿਆਵਾਂ ਦੇ ਵਿੱਚ ਨੋਨ ਇਕਨੋਮਿਕ ਐਕਟੀਵਿਟੀਜ਼ ਜਿਹੜੀਆਂ ਅਨਾਰਥਿਕ ਕਿਰਿਆਵਾਂ ਨੇ, ਇਹਨਾਂ ਦਾ ਉਦੇਸ਼ ਧਨ ਨੂੰ ਪ੍ਰਾਪਤ ਕਰਨਾ ਨਹੀਂ ਹੁੰਦਾ। ਜਿਹੜੀਆਂ ਆਰਥਿਕ ਕਿਰਿਆਵਾਂ ਉਹਦੇ ਵਿੱਚ ਅਧਿਆਪਕ ਨੇ ਪੜ੍ਹਾਇਆ, ਉਸ ਦੇ ਬਦਲੇ ਪੈਸੇ ਲਏ, ਤਾਂ ਉਹ ਆਰਥਿਕ ਕਿਰਿਆ ਸੀਗੀ। ਇਸੇ ਤਰ੍ਹਾਂ ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ, ਉਸ ਦੇ ਬਦਲੇ ਧਨ ਕਮਾਇਆ, ਤਾਂ ਉਹ ਆਰਥਿਕ ਕਿਰਿਆ ਸੀ। ਪਰੰਤੂ ਅਨਾਰਥਿਕ ਜਿਹੜੀਆਂ ਕਿਰਿਆਵਾਂ, ਅਨਾਰਥਿਕ ਕਿਰਿਆਵਾਂ ਦੇ ਵਿੱਚ ਦੇਸ਼ ਭਗਤੀ ਆ ਗਿਆ, ਪਰਿਵਾਰ ਕਲਿਆਣ ਆ ਗਿਆ, ਸਮਾਜ ਸੇਵਾ ਆ ਗਈ, ਸਿਹਤ ਆ ਗਿਆ, ਮਨੋਰੰਜਨ ਆਦਿ ਅਨਾਰਥਿਕ ਕਿਰਿਆਵਾਂ। ਇਸ ਦਾ ਉਦੇਸ਼ ਜਿਹੜਾ ਹੈਗਾ, ਇਹ ਮਤਲਬ ਜਿਹੜੀਆਂ ਹੈਗੀਆਂ ਇਹ ਸੇਵਾ ਦੇ ਜਾਂ ਮਨੋਰੰਜਨ ਦੇ ਸੰਬੰਧ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਜਾਂਦੀਆਂ ਹਨ। ਤਾਂ ਉਹਨਾਂ ਨੂੰ ਮੁਦਰਾ ਦੇ ਮਾਪਦੰਡ ਰਾਹੀਂ ਨਹੀਂ ਮਾਪਿਆ ਜਾਂਦਾ। ਉਦਾਹਰਨ ਵਜੋਂ ਇੱਕ ਅਧਿਆਪਕ ਅਗਰ ਆਪਣੇ ਪੁੱਤਰ ਨੂੰ ਪੜ੍ਹਾਉਂਦਾ ਹੈ ਜਾਂ ਡਾਕਟਰ ਦੁਆਰਾ ਆਪਣੇ ਬੱਚੇ ਦਾ ਇਲਾਜ ਕਰਨਾ ਹੈ, ਉਸ ਦੇ ਬਦਲੇ ਉਹ ਪੈਸੇ ਨਹੀਂ ਲੈਂਦਾ, ਤਾਂ ਇਹ ਅਣਆਰਥਿਕ ਕਿਰਿਆ ਹੈ। ਤਾਂ ਪਿਆਰੇ ਬੱਚਿਓ, ਅੱਜ ਅਸੀਂ ਇਸ ਪਾਠ ਦੇ ਵਿੱਚ ਇੱਕ ਪਿੰਡ ਦੀ ਕਾਲਪਨਿਕ ਕਹਾਣੀ ਦੇ ਵਿੱਚ ਬੇਸਿਕ ਕਨਸੈਪਟਸ ਆਫ ਇਕਨੋਮਿਕਸ ਜਿਹੜੇ ਹੈਗੇ ਉਹਨਾਂ ਦੇ ਬਾਰੇ ਚਰਚਾ ਕੀਤੀ ਹੈ, ਜਿਹਦੇ 'ਚ ਵਸਤੂਆਂ ਆ ਗਈਆਂ, ਸੇਵਾਵਾਂ ਆ ਗਈਆਂ, ਤੁਸ਼ਟੀਗੁਣ ਜਾਂ ਉਪਯੋਗਤਾ ਆ ਗਈ, ਕੀਮਤ ਆ ਗਈ, ਧਨ ਆ ਗਿਆ, ਮੁਦਰਾ ਆ ਗਈ, ਮੰਗ ਆ ਗਿਆ, ਪੂਰਤੀ ਆ ਗਈ ਜਿਹਨੂੰ ਸਪਲਾਈ ਕਹਿੰਦੇ ਆ, ਬਾਜ਼ਾਰ ਆ ਗਿਆ, ਲਾਗਤ ਆ ਗਈ, ਆਮਦਨ, ਆਰਥਿਕ ਅਤੇ ਅਣਆਰਥਿਕ ਕਿਰਿਆਵਾਂ।